ਹੈਲੋ ਸਟੂਡੈਂਟਸ, ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਵੇਂ ਹੋ ਤੁਸੀਂ ਸਾਰੇ? ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਤੁਸੀਂ ਆਪਣੇ ਪੇਪਰ ਦੀ ਤਿਆਰੀ ਵਧੀਆ ਕਰਦੇ ਹੋਵੋਗੇ। ਸਵਾਗਤ ਕਰਦੇ ਹਾਂ ਆਪਣੇ ਚੈਨਲ ਈਜ਼ੀ ਕਲਾਸਿਸ ਦੇ ਉੱਪਰ। ਸੋ ਟਰਮ ਐਗਜ਼ਾਮ ਇੰਗਲਿਸ਼ ਆ ਗਿਆ ਤੁਹਾਡਾ ਹੁਣ ਸਤੰਬਰ 2025 ਦਾ 7th ਕਲਾਸ ਦਾ। ਇਹ ਪੇਪਰ ਬਹੁਤ ਜ਼ਿਆਦਾ ਮਤਲਬ ਸਰਕੂਲੇਟ ਹੋ ਰਿਹਾ ਸੀਗਾ, ਸੋ ਆਪਾਂ ਕਿਹਾ ਕਿ ਸੋਲਵ ਕਰ ਦਿੰਦੇ ਹਾਂ ਤਾਂ ਕਿ ਤੁਹਾਨੂੰ ਇਹਦਾ ਸਲਿਊਸ਼ਨ ਮਿਲ ਜਾਏ। ਇਹ ਇੰਪੋਰਟੈਂਟ ਕੁਐਸਚਨ ਪੇਪਰ ਆ, 80 ਮਾਰਕਸ ਦਾ ਪੇਪਰ ਆ। ਸੋ ਬੇਟਾ ਇੱਕ ਚੀਜ਼ ਦਾ ਖਿਆਲ ਰੱਖੋ ਕਿ ਪਹਿਲੇ ਤੁਹਾਡੇ ਨੂੰ ਹੈਂਡ ਰਾਈਟਿੰਗ ਦੇ ਮਾਰਕਸ ਮਿਲਦੇ ਹੁੰਦੇ ਸੀਗੇ, ਪਰ ਹੁਣ ਨਹੀਂ ਮਿਲਦੇ। ਹੁਣ ਸਿੱਧਾ ਤੁਹਾਡਾ ਕੰਪਰੀਹੈਂਸ਼ਨ ਤੋਂ ਸ਼ੁਰੂ ਹੁੰਦਾ ਆ ਅਤੇ ਉਹ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਕਿੱਥੇ ਕਿੱਥੇ ਤੁਹਾਡੇ ਨੰਬਰ ਐਕਸਚੇਂਜ ਹੋਏ ਆ। ਠੀਕ ਆ, ਸੋ ਆਹ ਇੱਕ ਪੈਰਾ ਆ, ਇਹਨੂੰ ਪੜ੍ਹ ਕੇ ਤੁਸੀਂ ਆਨਸਰ ਦੇਣੇ ਨੇ। ਸੋ ਫਸਟ ਕੁਐਸਚਨ ਆ, ਪਰ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਇੱਕੋ ਇੱਕ ਰਿਕੁਐਸਟ ਆ, ਜੇਕਰ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ। ਅਤੇ ਨਾਲ ਦੀ ਨਾਲ ਕੀ ਕਰਨਾ, ਕਮੈਂਟ ਦੇ ਵਿੱਚ ਯੈਸ ਟਾਈਪ ਕਰ ਦੇਣਾ। ਯੈਸ ਕਿਉਂ ਟਾਈਪ ਕਰਨਾ ਹੈ? ਤਾਂ ਕਿ ਤੁਹਾਡੀ ਹਾਜ਼ਰੀ ਭਰ ਹੋ ਜੇ। ਠੀਕ ਆ, ਕਿ ਹਾਂ ਵੀ ਅਸੀਂ ਵੀਡੀਓ ਦੇ ਐਂਡ ਤੱਕ ਦੇਖੀ ਆ। ਜਿਹੜੇ ਬੱਚੇ ਐਂਡ ਤੱਕ ਵੀਡੀਓ ਦੇਖਦੇ ਉਹਨਾਂ ਨੂੰ ਮੈਂ ਕਹਿ ਦਿੰਦਾ ਕਿ ਤੁਸੀਂ ਯੈਸ ਟਾਈਪ ਕਰ ਦਿਓ ਤਾਂ ਕਿ ਮੈਂ ਤੁਹਾਡਾ ਕਮੈਂਟ ਪਿੰਨ ਕਰ ਸਕਾਂ ਜਾਂ ਫਿਰ ਲਾਈਕ ਕਰ ਸਕਾਂ। ਵੇਅਰ ਡੂ ਫਲਾਵਰ ਗੈਟ ਦਾ secant from? So देखो the flower get their secant from a mixture of volatile organic compound। volatile organic compound सी ऑप्शन ਦੇ ਵਿੱਚ ਤੁਹਾਨੂੰ ਇੱਥੇ ਦਿਖਣ ਨੂੰ ਮਿਲ ਜਾਏਗਾ। ਠੀਕ ਆ, ਫਿਰ ਹੈਗਾ which part of the flower give out the strongest fragrance? ਓਕੇ, ਸੋ ਦੇਖੋ ਇੱਥੇ ਤੁਹਾਡੇ ਕੋਲ ਦਾ ਫਰੈਗਨੈਂਸ ਇਜ਼ ਓਫਨ ਸਟਰੋਂਗੈਸਟ ਇਨ ਦਾ ਪੈਟਲਸ। ਪੈਟਲਸ ਹੈ ਆਪਸ਼ਨ 'ਚ, ਬਿਲਕੁਲ ਜੀ ਹੈਗੀ ਆ। ਫਿਰ ਤੁਹਾਡੇ ਕੋਲ ਹੈਗਾ ਆ ਆਪਣੇ ਕੋਲ ਥਰਡ ਕੁਐਸਚਨ, ਕਹਿੰਦਾ ਵਟ ਡੂ ਫਲਾਰ ਯੂਜ਼ ਟੂ ਅਟਰੈਕਟ ਪੋਲੀਨੇਟਰਸ? ਸੋ ਪੋਲੀਨੇਸ਼ਨ ਜਿਹੜੀ ਹੁੰਦੀ ਹੈ ਫਲਾਰ ਦੇ ਵਿੱਚ, ਉਹਨੂੰ ਕਿੱਦਾਂ ਕਰਦੇ ਆ ਜੀ? ਦੇਖੋ, the purpose of secant is attract pollinators and repel herbivores। ਸੋ ਇਹਦੇ ਵਿੱਚ ਆਪਣੇ ਕੋਲ ਦੇਖੋ ਆਨਸਰ ਕੀ ਬਣ ਜਾਣਾ ਆ, ਕਲਰ ਸ਼ੇਪ ਕੀ ਆ ਬਈ? purpose of secant attract pollination। flower also use color and shape to attract। ਸੋ ਕਲਰ ਐਂਡ ਸ਼ੇਪ ਆਪਣੇ ਕੋਲ ਦੋਨੋਂ ਆ ਜਾਣਾ ਹੈ, secant ਵੀ ਆ ਜਾਣੀ ਹੈ। ਸੋ all of the above। ਥਰਡ ਹੋ ਗਿਆ। ਫੋਰਥ ਦੇਖੋ ਵਿਚ ਪਲਾਂਟਸ ਐਮਿਟ ਦਾ ਮੋਸਟ ਫਰੈਗਨੈਂਟ ਇਨ ਦਾ ਮੋਰਨਿੰਗ? ਕਿਹੜਾ ਇਹਦਾ ਉਹ ਆ ਪਲਾਂਟ ਆ ਜਿਹੜਾ ਬਹੁਤ ਜ਼ਿਆਦਾ ਫਰੈਗਨੈਂਸ ਯਾਨੀ ਕਿ ਖੁਸ਼ਬੂ ਛੱਡਦਾ ਆ? ਕਦੋਂ? ਸਵੇਰ ਦੇ ਵੇਲੇ। ਸੋ ਦੇਖੋ ਕਿੱਥੇ ਆ। ਸੋ ਇਸ ਤੋਂ ਆਪਾਂ ਹੁਣ ਦੇਖਣਾ ਕਿਹੜਾ ਕੁਐਸਚਨ ਸੀਗਾ ਜੀ? ਯੂਜ਼ੂਅਲੀ ਐਮਿਟ ਦਾ ਫਰੈਗਨੈਂਸ ਇਨ ਦਾ ਈਵਨਿੰਗ ਔਰ ਨਾਈਟ। ਉਹਨਾਂ ਨੇ ਪੁੱਛਿਆ ਆ, ਕੀ ਪੁੱਛਿਆ ਕਿ ਵਿਚ ਪਲਾਂਟ ਐਮਿਡ ਮੋਸਟ ਫਰੈਗਨੈਂਟ ਇਨ ਦਾ ਮੋਰਨਿੰਗ? ਸੋ ਦੇਖੋ ਆਪਣੇ ਕੋਲ ਇੱਥੇ ਮਿਲਣਾ ਆਨਸਰ ਇਹਦਾ, ਕਹਿੰਦਾ ਪਲਾਂਟ ਪੋਲੀਨੇਟਡ ਬਾਈ moths usually emit the most fragrance in the evening or night when the moths are active, while plants pollinated by bees produce the most secant during the day। ਸੋ ਆਨਸਰ ਤੁਹਾਡਾ ਇਸ ਕੁਐਸਚਨ ਦਾ ਆ ਜਾਏਗਾ ਜੀ ਆਪਣੇ ਕੋਲ ਫੁੱਲ ਬਲੂਮਸ। ਠੀਕ ਹੈ, ਫੁੱਲ ਬਲੂਮਸ। ਫੁੱਲ ਬਲੂਮਸ ਕਿਉਂ ਆਇਆ ਆ ਜੀ? ਕਿਉਂਕਿ ਇੱਥੇ ਲਿਖਿਆ ਫੁੱਲ ਬਲੂਮ ਸਮੈਲ ਇਜ਼ ਮੋਰ ਪਾਵਰਫੁਲ ਦੈਨ ਅ ਬਰਡ। ਅਤੇ ਪਲਾਂਟ ਪੋਲੀਨੇਟਡ ਬਾਏ ਆਪਣੇ ਕੋਲ ਹੈਗਾ ਆ ਐਮਿਟ ਦਾ ਫਰੈਗਨੈਂਸ ਇਨ ਦਾ ਈਵਨਿੰਗ ਔਰ ਨਾਈਟ ਵੈਨ ਦਾ ਮੂਥਸ ਆਰ ਐਕਟਿਵ, ਵਾਈਲ ਪੋਲੀਨੇਟਡ ਬਾਏ ਦਾ ਬੀਜ਼ ਆਰ ਪ੍ਰੋਡਿਊਸ ਦਾ ਮੋਸਟ ਸੀਕੈਂਟ। ਸੋ ਇਹਦੇ ਵਿੱਚ ਜਿਹੜਾ ਤੁਹਾਡੇ ਕੋਲ ਆਨਸਰ ਆਉਣਾ ਨਾ, ਉਹ ਮੈਂ ਤੁਹਾਨੂੰ ਦੱਸਦਾ ਕੀ ਆ, ਫੁੱਲ ਬਲੂਮਸ। ਫਿਰ ਹੈਗਾ ਵਿਚ ਵਰਡ ਇਜ਼ ਦਾ ਪੈਸੇਜ ਇਜ਼ ਦਾ ਸੇਮ ਐਜ਼ ਵਰਾਇਟੀ। ਵੋਲੇਟਾਈਲ ਔਰਗੈਨਿਕ ਕੰਪਾਊਂਡ ਜਾਂ ਐਕਟਿਵ। ਵਰਾਇਟੀ ਦਾ ਇੱਥੇ ਜਿਹੜਾ ਮੀਨਿੰਗ ਆ ਜੀ, ਉਹ ਤੁਹਾਡੇ ਕੋਲ ਹੈਗਾ ਕੰਪਾਊਂਡ ਨਾਲ। ਠੀਕ ਆ, ਹੁਣ ਸੈਕਿੰਡ ਹੈਗਾ ਲੁੱਕ ਆਊਟ ਦਾ ਪੋਸਟਰ ਕੇਅਰਫੁਲੀ ਐਂਡ ਆਨਸਰ ਦਾ ਫੋਲੋਇੰਗ ਕੁਐਸਚਨ। ਥਿੰਗ ਯੂ ਕੈਨ ਡੂ ਰਿਡਿਊਸ ਗਲੋਬਲ ਵਾਰਮਿੰਗ, ਸਵਿਚ ਆਫ ਐਂਡ ਸੇਵ ਇਲੈਕਟ੍ਰੀਸਿਟੀ, ਪਲਾਂਟ ਐਂਡ ਸੇਵ ਟਰੀਜ਼, ਰੀਡਿਊਜ਼ ਰੀਯੂਜ਼ ਰੀਸਾਈਕਲ। ਕੀ ਲਿਖਿਆ ਆ? ਯੂਜ਼ ਇਨਵਾਇਰਮੈਂਟਲੀ ਫਰੈਂਡਲੀ ਟਰਾਂਸਪੋਰਟ ਜਿਵੇਂ ਸਾਈਕਲ। ਸੋ ਫਸਟ ਕੁਐਸਚਨ ਹੈਗਾ ਆਪਣੇ ਕੋਲ ਵਟ ਇਜ਼ ਦਾ ਪੋਸਟਰ ਅਬਾਊਟ? ਅਤੇ ਪੋਸਟਰ ਕਿਹਦੇ ਅਬਾਊਟ ਆ ਜੀ? ਹਾਊ ਟੂ ਕੰਟਰੋਲ ਗਲੋਬਲ ਵਾਰਮਿੰਗ। ਠੀਕ ਆ, ਫਿਰ ਹੈਗਾ ਆ ਕਹਿੰਦਾ ਵਟ ਆਰ ਦਾ ਡਿਫਰੈਂਟ ਵੇਜ਼ ਟੂ ਰਿਡਿਊਸ ਗਲੋਬਲ ਵਾਰਮਿੰਗ? ਕਹਿੰਦਾ ਪਲਾਂਟ ਮੋਡ, ਟਰੀਜ਼, ਰੀਯੂਜ਼ ਦਾ ਥਿੰਗ, ਯੂਜ਼ ਇਕੋ ਫਰੈਂਡਲੀ ਵਹੀਕਲਸ ਜਾਂ ਆਲ ਆਫ ਦੀਸ। ਤਾਂ ਆਲ ਆਫ ਦੀਸ ਇਹਦਾ ਆਨਸਰ ਆ ਜਾਏਗਾ।
ਵਿਚ ਆਫ ਥੀਜ਼ ਇਜ਼ ਐਨ ਇਨਵਾਇਰਮੈਂਟ ਫਰੈਂਡਲੀ ਟਰਾਂਸਪੋਰਟ। ਤਾਂ ਇਹਦੇ ਵਿੱਚ ਹੁਣ ਦੇਖੋ ਬਈ ਆਪਣਾ ਕੀ ਆਂਸਰ ਬਣਾਉਂਗੇ ਅਸੀਂ, ਇਨਵਾਇਰਮੈਂਟ ਫਰੈਂਡਲੀ ਯਾਨੀ ਕਿ ਜਿਹਦੇ ਨਾਲ ਪੋਲਿਊਸ਼ਨ ਨਹੀਂ ਹੁੰਦਾ, ਸੋ ਹੈਗਾ ਸਾਈਕਲ। ਚੌਥਾ ਹੈਗਾ ਆ ਵਟ ਸ਼ੁੱਡ ਬੀ ਟਰਨਡ ਆਫ ਵਾਈਲ ਲੀਵਿੰਗ ਦਾ ਰੂਮ, ਸਵਿਚ ਇਲੈਕਟ੍ਰੀਸਿਟੀ। ਇਹਦਾ ਆਂਸਰ ਆ ਜਾਏਗਾ ਆਪਣੇ ਕੋਲ ਸਵਿਚ ਆਫ ਕਰਾਂਗੇ ਤਾਂ ਕਿ ਕੀ ਸੇਵ ਹੋਵੇ, ਇਲੈਕਟ੍ਰੀਸਿਟੀ। ਫਿਰ ਆਪਣੇ ਕੋਲ ਹੈਗਾ ਆ ਕੀ ਜੀ, ਵਟ ਆਰ 3 ਉਹ 3 ਆਰ ਕੀ ਆਪਣੇ ਕੋਲ, ਮੈਂ ਹੁਣੇ ਦੱਸਿਆ ਸੀ, ਰਿਡਿਊਜ਼, ਰੀਯੂਜ਼, ਰੀਸਾਈਕਲ, ਰਿਡਿਊਜ਼, ਰੀਯੂਜ਼, ਰੀਸਾਈਕਲ। ਸੋ ਫਸਟ ਆਪਸ਼ਨ ਹੀ ਆਪਣੇ ਕੋਲ ਕਰੈਕਟ ਹੋ ਗਈ ਇੱਥੇ, ਠੀਕ ਹੈ। ਸੋ ਇਹ ਹੋ ਗਿਆ। ਫਿਰ ਹੈਗਾ ਆ ਕਨਵਰਸੇਸ਼ਨ ਆ, ਇਹਨੂੰ ਰੀਡ ਕਰੋ ਅਤੇ ਦਵੋ ਮਦਰ ਅਤੇ ਤਰੁਣ ਦੇ ਵਿਚਕਾਰ ਕਨਵਰਸੇਸ਼ਨ ਹੋਈ ਆ। ਵੈਨ ਡਿਡ ਦਾ ਪ੍ਰਾਈਜ਼ ਡਿਸਟਰੀਬਿਊਸ਼ਨ ਫੰਕਸ਼ਨ ਸਟਾਰਟ, ਦਾ ਪ੍ਰਾਈਜ਼ ਡਿਸਟਰੀਬਿਊਸ਼ਨ ਫੰਕਸ਼ਨ ਸਟਾਰਟਡ ਐਟ 2 PM। ਕੌਣ ਕਹਿੰਦਾ, ਤਰੁਣ। ਮਦਰ ਕਹਿੰਦੀ ਹੂ ਪ੍ਰੀਸਾਈਡਡ ਓਵਰ ਦਾ ਫੰਕਸ਼ਨ, ਤਰੁਣ ਦੱਸਦਾ ਡਿਪਟੀ ਕਮਿਸ਼ਨਰ ਪ੍ਰੀਸਾਈਡਡ ਓਵਰ ਦਾ ਫੰਕਸ਼ਨ। ਮਦਰ ਕਹਿੰਦੀ ਵੇਅਰ ਵਾਜ਼ ਹੀ ਰਿਸੀਵਡ, ਤਰੁਣ ਕਹਿੰਦਾ ਹੀ ਵਾਜ਼ ਰਿਸੀਵ ਐਟ ਦਾ ਗੇਟ। ਮਦਰ ਕਹਿੰਦੀ ਹੂ ਸੈਂਗ ਅ ਵੈਲਕਮ ਸੌਂਗ, ਤਾਂ ਤਰੁਣ ਕਹਿੰਦਾ ਸਮ ਸਟੂਡੈਂਟ ਸੈਂਗ। ਮਦਰ ਪੁੱਛਦੀ ਵਾਜ਼ ਦਾ ਹਾਲ ਫੁੱਲ, ਤਰੁਣ ਯੈਸ ਦਾ ਹਾਲ ਵਾਜ਼ ਫੁੱਲ। ਮਦਰ ਕਹਿੰਦੀ ਵਟ ਡਿਡ ਦਾ ਪ੍ਰਿੰਸੀਪਲ ਡੂ ਫਸਟ, ਪ੍ਰਿੰਸੀਪਲ ਨੇ ਫਸਟ ਆਫ ਆਲ ਕੀ ਕੀਤਾ, ਤਰੁਣ ਦੱਸਦਾ ਪਿਆ ਕਿ ਐਟ ਦਾ ਫਸਟ ਪ੍ਰਿੰਸੀਪਲ ਰੈਡੀ ਦਾ ਐਨੂਅਲ ਰਿਪੋਰਟ। ਮਦਰ ਨੇ ਪੁੱਛਿਆ ਕਿ ਹੂ ਗੇਵ ਅਵੇ ਦਾ ਪ੍ਰਾਈਜ਼, ਦਾ ਡਿਪਟੀ ਕਮਿਸ਼ਨਰ ਗੇਵ ਅਵੇ ਦਾ ਪ੍ਰਾਈਜ਼। ਫਿਰ ਹੁਣ ਆ ਜਾਓ ਫਸਟ ਕੁਐਸਚਨ, ਕਹਿੰਦੇ ਕਿ ਪ੍ਰਾਈਜ਼ ਡਿਸਟਰੀਬਿਊਸ਼ਨ ਕਿੰਨੇ ਵਜੇ ਹੋਣੀ ਆ, ਹੁਣੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਕਿੰਨੇ ਵਜੇ ਹੋਣੀ ਜੀ, 2 ਵਜੇ। ਦੇਖੋ ਇੱਕ ਵਾਰ ਪੜ੍ਹੇ ਅਤੇ ਤੁਹਾਨੂੰ ਉਹ ਚੀਜ਼ ਦਾ ਆਂਸਰ ਮਿਲ ਜਾਏ ਤਾਂ ਤੁਸੀਂ ਆਪਣੇ ਆਪ ਨੂੰ ਬਹੁਤ ਕਹਿ ਸਕਦੇ ਕਿ ਤੁਸੀਂ ਮਤਲਬ ਬਹੁਤ ਐਕਟਿਵ ਨਾਲ ਉਹ ਚੀਜ਼ ਕਰਦੇ ਪਏ ਆ। ਪਰ ਜੇ ਤੁਹਾਨੂੰ ਦੂਜੀ ਤੀਜੀ ਵਾਰ ਪਤਾ ਲੱਗਦਾ ਫਿਰ ਵੀ ਕੋਈ ਬੁਰਾ ਨਹੀਂ ਹੈਗਾ, ਪਰ ਜਦੋਂ ਤੁਸੀਂ ਪੜ੍ਹਦੇ ਪਏ ਹੋ ਉਸ ਚੀਜ਼ ਨੂੰ ਖਿਆਲ ਨਾਲ ਪੜ੍ਹਨਾ। ਸੈਕਿੰਡ ਹੈ ਹੂ ਪ੍ਰੀਸਾਈਡ ਓਵਰ ਦਾ ਫੰਕਸ਼ਨ, ਓਵਰਆਲ ਫੰਕਸ਼ਨ ਕਿਹਨੇ ਪ੍ਰੀਸਾਈਡ ਕੀਤਾ ਸੀ, ਮੈਂ ਹੁਣੇ ਉਹਨੇ ਦੱਸਿਆ ਜਾਂ ਆਪਾਂ ਪੜ੍ਹਿਆ, ਡਿਪਟੀ ਕਮਿਸ਼ਨਰ ਨੇ। ਹੂ ਸੈਂਗ ਅ ਵੈਲਕਮ ਸੌਂਗ, ਸੋ ਆਪਾਂ ਸੁਣਿਆ ਸੀ ਸਮ ਸਟੂਡੈਂਟਸ ਨੇ ਜਿਹੜਾ ਸੀ ਗਾਣਾ ਗਾਇਆ ਸੀ। ਹੁਣ ਮੈਂ ਤੁਹਾਨੂੰ ਪਤਾ ਇਹ ਸਿੱਧਾ ਆਂਸਰ ਕਿਉਂ ਕਰਾਉਣਾ ਪਿਆ, ਕਿਉਂਕਿ ਮੈਂ ਤੁਹਾਨੂੰ ਸਾਰੀ ਕਨਵਰਸੇਸ਼ਨ ਪੜ੍ਹ ਕੇ ਪੰਜਾਬੀ 'ਚ ਸਮਝਾਈ ਸੀ, ਠੀਕ ਹੈ। ਵਟ ਡਿਡ ਦਾ ਪ੍ਰਿੰਸੀਪਲ ਡੂ ਫਸਟ, ਫਸਟ ਆਫ ਆਲ ਉਹਨਾਂ ਨੇ ਕੀ ਕੀਤੀ ਸੀ, ਰੈਡੀ ਕੀਤੀ ਸੀ ਐਨੂਅਲ ਰਿਪੋਰਟ। ਦੇਖੋ ਕਿਤੇ ਲਿਖਿਆ, ਸੋ ਇਸ ਦਾ ਆਂਸਰ ਜਿਹੜਾ ਐਨੂਅਲ ਰਿਪੋਰਟ ਵਾਲਾ ਆ ਸਾਡੇ ਕੋਲ ਉਹ ਆ ਜਾਣਾ ਆ। ਸੋ ਉਹ ਹੈਗਾ ਆਪਣੇ ਕੋਲ ਬੀ ਆਪਸ਼ਨ, ਰੀਡ ਦਾ ਐਨੂਅਲ ਰਿਪੋਰਟ, ਠੀਕ ਆ। ਅਤੇ ਫਿਰ ਹੈਗਾ ਹੂ ਗੇਵ ਅਵੇ ਦਾ ਪ੍ਰਾਈਜ਼ਿਸ ਕਿਹਦੇ ਦੁਆਰਾ ਦਿੱਤੇ ਗਏ, ਸੋ ਆ ਜਾਣਾ ਹੈ ਡੀ ਆਪਣੇ ਕੋਲ ਡਿਪਟੀ ਕਮਿਸ਼ਨਰ ਦੁਆਰਾ, ਠੀਕ ਆ। ਸੋ ਹੁਣ ਲਿਟਰੇਸੀ ਕਹਿ ਲਓ ਜਾਂ ਫਿਰ ਲਿਟਰੇਚਰ ਐਂਡ ਵੋਕੈਬ ਦੇ ਤੁਹਾਡੇ ਕੋਲ ਕੁਐਸਚਨ ਹੈ ਆਪਣੇ ਕੋਲ, ਜਿਹਦੇ ਵਿੱਚ ਹੈਗਾ ਆਂਸਰ ਦਾ 3 ਕੁਐਸਚਨਸ, ਠੀਕ ਆ। ਸੋ ਫਸਟ ਹੈਗਾ ਵਟ ਡਿਡ ਦਾ ਕਿੰਗ ਟੂ ਸੋਲਵ ਦੇਅਰ ਕੇਸ, ਫਿਰ ਹੈਗਾ ਆ ਵਟ ਡਿਡ ਅਕਬਰ ਵਾਂਟ ਟੂ ਨੋ, ਫਿਰ ਹੈਗਾ ਹੂ ਹੈਡ ਪੇਡ ਦਾ ਬਿੱਲ, ਵਾਈ, ਹੂ ਵਾਜ਼ ਦਾ ਫਸਟ ਇੰਡੀਅਨ ਟੂ ਕਲਾਈਮ ਮਾਊਂਟ ਐਵਰੈਸਟ, ਵਟ ਇਜ਼ ਦਾ ਆਕਸੀਜਨ ਸਟਾਫਡ ਏਰੀਆ ਆਫ ਦਾ ਮਾਊਂਟੇਨ ਕਾਲਡ। ਸੋ ਇਹਦੇ ਵਿੱਚ ਹੁਣ ਮੈਂ ਇੱਕ ਇੱਕ ਕਰਕੇ ਤੁਹਾਨੂੰ ਆਂਸਰ ਬੋਲਣਾ ਹੈ, ਤੁਸੀਂ ਨਾਲ ਨਾਲ ਨੋਟ ਕਰ ਲਿਓ, ਠੀਕ ਹੈ। ਸੋ ਫਸਟ ਆਪਣੇ ਕੋਲ ਜਿਹੜਾ ਆਂਸਰ ਹੈਗਾ ਉਹ ਹੈਗਾ ਆ ਕਿੰਗ ਵਾਲੇ ਦਾ। ਸੋ ਇਹਦਾ ਆਂਸਰ ਹੋ ਜਾਣਾ ਦਾ ਕਿੰਗ ਆਸਕਡ ਦਾ ਵਾਈਜ਼ੈਸਟ, ਯਾਨੀ ਕਿ ਹੁਸ਼ਿਆਰ ਤੋਂ ਹੁਸ਼ਿਆਰ, ਸਮਝਦਾਰ ਤੋਂ ਸਮਝਦਾਰ ਮਿਨਿਸਟਰ ਆਫ ਹਿਜ਼ ਕੋਰਟ तेनाली रमन टू सॉल्व द केस। सो ये तुसी इसका आंसर लिख लेना। जे तुसी आंसर मेरे रब करन तो पहला लिख लिया तो ठीक है, नहीं लिखिया तो वीडियो नू बैक करके तुसी उसनू लिख लेना ज़रूर, ठीक है। सो देखो इस तो बाद हुण असीं करते हैं नैक्सट क्वेश्चन जो कि है अपने कोल अकबर वाला। कहता वट डिड अकबर वॉन्ट टू नो, वो की जानना चाहता ही वॉन्टेड टू नो इफ अ मैन वुड डू एनीथिंग फॉर मनी। वो जानना चाहता सी कि जिहड़ा इंसान आ वो मनी लई कुछ भी करन लई तैयार है, फॉर मनी MONEY, ठीक है। सो ये तुहाडे कोल हो गया इसका आंसर डन अपने कोल, ठीक है। सो अगे देखो अपने कोल थर्ड क्वेश्चन असीं करांगे कहता कैप्टन वाला। कहंदे कि हू वाज द फर्स्ट इंडियन क्लाइम द माउंट एवरेस्ट। सो तुहाडे कोल आ जाना जी कैप्टन अवतार सिंह चीमा, ठीक है। सो 3 क्वेश्चन करने से मैं 3 करवा दिते हैं, तो तुसीं जिहड़े बचे क्वेश्चन ने इन्होंने आप ट्राई जरूर करना। फिर तुहाडे कोल वर्ड मीनिंग आ,
सो इस तो पहले जो 5वां क्वेश्चन सीगा ना ये वट इज़ द ऑक्सीजन लैवल। सो यदा आंसर आ जाना तुहाडे कोल इट इज़ कॉल्ड डैथ जोन। ठीक है, इन्ना ही तुसीं लिख देना। हुण तुहाडे कोल आ गया वर्ड मीनिंग, जिहदे विच पहला हैगा फ्राइट। फ्राइट दा आ जाना पहाड़। ठीक है, पहाड़े। फिर हैगा बोइंग। बोइंग होंदा है अपने कोल झुक जाना, यानी कि जिद्दां आपां कहने ना कि बंदा झुक के आपां जिद्दां कोई समान चकदे आ, सो उहनूं कहंदे झुकना। अटैंशन होंदा बई ध्यान देना। प्ले होंदा अपने कोल बेनती। स्टार्वड अपने कोल की होंदा जी, स्टार्वड अपने कोल मतलब होंदा भुखे। ओके, सो इस तो बाद अपने कोल हो गया आ हु सैड टू होम। किसने किसनों कहे, ओ ब्राह्मण यू हैव चीटड मी। सो ए किसने किसनों कहे, सो ए कहे अकबर टू ब्राह्मण, यानी कि किन्ने किनू कहे, अकबर ने कहे किनू, ब्राह्मण नू। फिर हैगा हाउ वुड यू स्टैंड इन द फ्रोजन पॉन्ड इन सच एन एक्सट्रीम टैंपरेचर। सो ਇਹਦਾ आंसर आ जाना ये भी किन्ने, ਇਹਦਾ भी सेम ही आता जाना अकबर टू ब्राह्मण। थर्ड हैगा योर मजिस्ट्रेट इज़ इम्पॉसिबल टू गेट द वार्मथ फ्रॉम द लाइट ग्लोइंग सो फार अवे। ਇਹ किन्ने क्या सी, ਇਹ ਗੱਲ ਕਹੀ ਸੀ बीरबल ने किनू, अकबर नू। ਇਹ ਗੱਲ ਦਾ मतलब भी समझ लो कि वो कहता कि ਜਿਹੜਾ कि एक छोटे ਜਿਹੇ ਦੀਵੇ ਦੇ ਜਗਣ ਨਾਲ ਜਿਹੜਾ ਆ ਉਹਨੂੰ ਉਹ नहीं मिली, इंपॉसिबल आ ਉਹਨੂੰ ਗਰਮਾਹਟ मिलना। सो ये गल तो बीरबल ने कही सी, सानू भी पता। ਹੁਣ ਹੈਗਾ मेक सेंटेंस। सो मेक सेंटेंस देख लो। सो ਜਿਹੜੇ ਤੁਹਾਡੇ ਹੈਗੇ ਸੀਗੇ ਆਪਣੇ ਕੋਲ ਸੈਂਟੈਂਸਿਸ, ਉਹਨਾਂ ਦੇ ਆਨਸਰ ਦੇਖੋ। ਜਿੱਦਾਂ ਐਡਵੈਂਚਰਸ ਦਾ ਕੀ ਬਣਾਉਂਗੇ, ਰੀਆ ਇਜ਼ ਐਡਵੈਂਚਰਸ, ਸ਼ੀ ਲਵ ਟੂ ਟਰਾਈ ਨਿਊ ਥਿੰਗਸ। ਠੀਕ ਆ। ਪ੍ਰੀਸ਼ੀਅਸ ਦਾ ਹੈ ਗੋਲਡ ਇਜ਼ ਵੈਰੀ ਪ੍ਰੀਸ਼ੀਅਸ। ਐਕਸਟ੍ਰੀਮ ਦਾ ਤੁਸੀਂ ਲਿਖ ਸਕਦੇ ਹੋ ਦ ਡੈਜ਼ਰਟ ਵਾਜ਼ ਐਕਸਟ੍ਰੀਮ ਹੀਟ ਇਨ ਸਮਰ। ਸਮਿਤ ਦਾ ਲਿਖ ਲਵੋ ਜੀ, ਕੀ ਲਿਖੋਗੇ ਸਮਿਤ ਦਾ की मतलब अपने कोल द क्लाइमर रीच द समिट ऑफ द माउंटेन। ठीक है, तो फिर लास्ट है सर्जरी द डॉक्टर्स डिड अ सर्जरी टू हैल्प द पेशेंट। सो नैक्सट हम तुहाडे कोल आ जाने जी चूज द करैक्ट ऑप्शन। द हंटर फेल्ट डैट ही कुड नॉट डैश द बक। सो उन्हें की फील किया, वो कहता कि किल। ठीक है। हाइट ऑफ द माउंट एवरेस्ट अबव सी लैवल इज़ किन्नी अपने कोल सी 29,028 फीट। ठीक है। फिर स्टैंजा आया तो ये आंसर देखो, ही गैदर्ड सम नट एंड फेड द डियर एंड ही फेल्ट डियर लैक ऑफ फियर, ही स्माइल्ड अ ग्रेट बिग स्माइल, ही स्टे विद द डियर फॉर वाइल एंड ही वेंट टू होम फील ग्रेटर। सो ये हंटर वाली है, तो हंटर वाली जी वो हैगी आ ਇਹਦੇ ਵਿੱਚ ਦੇਖੋ फस्ट क्वेश्चन, वट डिड द हंटर डू विद द नट्स। उन्हें नट्स का की किया, फीड द डियर। उन्हें की किया, ये फीड करती, यानी कि फीड द डियर। उन्हें ये तुम पहले तो गल आंसर लिख लेना। मतलब यह कि उन्हें नट्स किनू दिते, खाण वास्ते देते किनू, डियर नू। हाउ डिड द डियर फील आफ्टर ईटिंग। उन्होंने ईट करने तो बाद किदा दा फील होया, आफ्टर ईटिंग द नट्स द डियर फेल्ट सेफ एंड। ਇਹਦਾ ਤੁਸੀਂ ਲਿਖ ਲੈਣਾ द डियर फेल्ट, ही फेल्ट सेफ एंड अनअफेयर्ड, यानी कि उन्होंने हुण डर थोड़ा नहीं लगता ही, वो हुण थोड़ी सेफ महसूस कर रही थी अपने आप को। ठीक है। 2 क्वेश्चन करने सीगे। तीजा जिहड़ा आ ये तुसीं इदां करो, देख लो। वो कहता कि हू वेंट होम वैन क्या फीलिंग ग्रेट। सो ये तो आ जाना द हंटर, कि जिहड़ा हंटर सीगा जी उही तो फील करता सीगा। ठीक है। आंसर एंड 2 क्वेश्चन। सो अपने कोल क्वेश्चन देखते हैं हुण की आ, वट आर फ्राइट कार। सो फ्राइट कार की आ आफ्टर, ਇਹਦਾ आ जाना फ्राइट कार द ट्रेन विच कैरी गुड्स। ठीक है, ਇਹਦਾ लिख दो द ट्रेन्स विच कैरी गुड्स। या फिर आप जे अपनी नॉर्मल भाषा च मैं तुहानूं दसां तां ओह ट्रेन जड़ियाँ कि माल गड्डियाँ होंदियां गुड्स। ठीक है। फिर है वट प्लेस डू द ट्रेन गो, कित्थे जांदी है द ट्रेन गो टू प्लेन माउंटेन एंड रिवर, प्लेन माउंटेन एंड रिवर। तो थर्ड है वाई डिड द हंटर नॉट किल द बक। ਇਹਦਾ जाना द हंटर डिड नॉट किल द बक बिकॉज ही सॉ अ प्ले। ये मैं लिख दिंदा है ही, बिकॉज ही सॉ
ਪਲੀ ਦਾ ਮਤਲਬ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਣੇ ਕੋਲ ਬੇਨਤੀ ਜਾਂ ਫਿਰ ਦਇਆ ਕਰਨੀ। ਆਫ ਮਰਸੀ, ਉਹਦੇ ਅੰਦਰ ਕੀ ਹੋਈ, ਥੋੜ੍ਹੀ ਦਇਆ ਦੀ ਭਾਵਨਾ ਜਾਗਰਿਤ ਹੋਈ। ਇਨ ਹਿਜ਼ ਆਈਜ਼, ਇਨ ਹਿਜ਼ ਉਹਦੀਆਂ ਅੱਖਾਂ ਦੇ ਵਿੱਚ ਦਇਆ ਦੀ ਭਾਵਨਾ ਜਾਗਰਿਤ ਹੋਈ। ਹੀ ਬੈਗਡ ਫੋਰ ਹਿਜ਼ ਲਾਈਫ। ਠੀਕ ਆ, ਸੋ ਇਹ ਤੁਸੀਂ ਇਸ ਕੁਐਸਚਨ ਦਾ ਆਨਸਰ ਆਪਣੇ ਕੋਲ ਲਿਖ ਦਓਗੇ। ਠੀਕ ਹੈ ਜੀ। ਸੋ ਆਓ ਹੁਣ ਆਪਾਂ ਤੁਹਾਨੂੰ ਕਰਾ ਦਈਏ ਜੀ ਆਪਣੇ ਕੋਲ ਕੀ ਆ ਇਹ ਸੀ ਸੈਕਸ਼ਨ ਗ੍ਰਾਮਰ ਦਾ। ਇਹ ਫਟਾਫਟ ਹੀ ਹੋਣ ਵਾਲਾ ਆ। ਸੋ ਕਹਿੰਦਾ ਰੀਡ ਦਾ ਸੈਂਟੈਂਸ ਐਂਡ ਟੈਲ ਦਾ ਕੌਨਕਰੀਟ ਨਾਊਨ। ਠੀਕ ਆ, ਸੋ ਦੇਖੋ ਦ ਗਰਲ ਇਜ਼ ਵੈਰੀ ਬਿਊਟੀਫੁਲ, ਇਹਦੇ ਵਿੱਚ ਹੁਣ ਅਸੀਂ ਦੱਸਣਾ ਆ ਕੰਕਰੀਟ ਨਾਊਨ ਕਿਹੜਾ ਆ ਆਪਣੇ ਕੋਲ। ਸੋ ਇਹਦਾ ਆ ਜਾਣਾ ਆਪਣੇ ਕੋਲ ਗਰਲ। ਠੀਕ ਆ, ਰੀਡ ਦਾ ਸੈਂਟੈਂਸ ਐਂਡ ਆਈਡੈਂਟੀਫਾਈ ਦਾ ਐਬਸਟਰੈਕਟ ਨਾਊਨ। ਐਬਸਟਰੈਕਟ ਨਾਊਨ ਦੇਖੋ ਕਿਹੜਾ, ਆਈ ਹੈਵ ਫੁੱਲ ਟਰਸਟ ਇਨ ਮਾਈ ਮੇਡ। ਸੋ ਇਹਦਾ ਆ ਜਾਣਾ ਆਪਣੇ ਕੋਲ ਟਰਸਟ। ਠੀਕ ਆ, ਫਿਰ ਹੈਗਾ ਆ ਆਪਣੇ ਕੋਲ ਗਰੁੱਪ ਆਫ ਮਾਊਂਟੇਨ ਇਜ਼ ਕਾਲਡ, ਉਹਨੂੰ ਕੀ ਕਹਿੰਦੇ ਆ ਜੀ ਅਸੀਂ। ਸੋ ਦੇਖੋ ਇਹਦਾ ਆਨਸਰ ਆਪਣੇ ਕੋਲ ਆ ਜਾਣਾ ਜੀ ਰੇਂਜ। ਫਿਰ ਹੈਗਾ ਗਰੁੱਪ ਆਫ ਬੀਜ਼ ਕਾਲਡ, ਜਿਹੜੀ ਮਧੂਮੱਖੀਆਂ ਦਾ ਗਰੁੱਪ ਉਹਨੂੰ ਕਹਿੰਦੇ ਸਵਾਮ। ਫਿਲ ਇਨ ਦ ਬਲੈਂਕ ਕਰੈਕਟ ਕੰਜੰਕਸ਼ਨ, ਆਈ ਆਸਕਡ ਫੋਰ ਡਾਇਰੈਕਸ਼ਨ ਡੈਸ਼ ਆਈ ਵਾਜ਼ ਲੋਸਟ। ਰਾਈਟ ਆਨਸਰ ਤੁਹਾਡੇ ਕੋਲ ਇਹਦਾ ਆ ਜਾਣਾ ਹੈ ਜੀ ਕਿ ਯੈਟ ਆਈ ਵਾਜ਼ ਲੋਸਟ। ਫਿਰ ਹੈਗਾ ਫਿਲ ਇਨ ਦ ਬਲੈਂਕ ਵਿਦ ਦ ਕਰੈਕਟ ਐਡਵਰਬ। ਐਡਵਰਬ ਭਰਨੀ ਹੈ ਤਾਂ ਸਟੂਡੈਂਟ ਸੈਟ ਡੈਸ਼ ਆਫਟਰ ਦ ਟੀਚਰ ਸਕੋਲਡਡ ਹਿਮ। ਕੁਆਇਟਲੀ, ਫੇਅਰਲੀ, ਟਰੂਲੀ ਜਾਂ ਸਰਟੇਨਲੀ। ਸੋ ਰਾਈਟ ਆਂਸਰ ਆ ਜਾਏਗਾ ਕੁਆਇਟਲੀ। ਠੀਕ ਹੈ, ਚੂਜ਼ ਦਾ ਬੈਸਟ ਆਂਸਰ ਟੂ ਕੰਪਲੀਟ ਦਾ ਸੈਂਟੈਂਸ, ਮਾਈ ਫਾਦਰ ਡੈਸ਼ ਲੇਟ ਫੋਰ ਵਰਕ। ਸੋ ਰਾਈਟ ਆਂਸਰ ਇਹਦਾ ਤੁਸੀਂ ਕੀ ਲਿਖ ਸਕਦੇ ਹੋ, ਇਹਦਾ ਤੁਸੀਂ ਲਿਖੋਗੇ ਜੀ ਆਪਣੇ ਕੋਲ ਇਜ਼ ਨੈਵਰ ਆਉਣਾ। ਨੈਵਰ ਇਜ਼ ਤਾਂ ਆਉਣਾ ਹੀ ਨਹੀਂ, ਆਰ ਨੈਵਰ ਵੀ ਨਹੀਂ ਆਉਣਾ, ਵਰ ਨੈਵਰ ਵੀ ਨਹੀਂ ਆਉਣਾ। ਚੂਜ਼ਿੰਗ ਕਰੈਕਟ ਕਹਿੰਦਾ ਰਾਧਾ ਕੇਮ ਐਂਡ ਸੈਟ ਡੈਸ਼ ਹਰ ਮਦਰ। ਸੋ ਇਹਦਾ ਆਨਸਰ ਤੁਸੀਂ ਲਿਖੋਗੇ ਆਪਣੇ ਕੋਲ ਬਿਸਾਈਡ, ਕੱਲਾ ਬਿਸਾਈਡ। ਠੀਕ ਆ, ਫਿਰ 9ਵਾਂ ਹੈਗਾ ਤੁਹਾਡੇ ਕੋਲ ਆਸਟ੍ਰੇਲੀਆ ਇਜ਼ ਦਾ ਡੈਸ਼ ਆਈਲੈਂਡ ਇਨ ਦਾ ਵਰਲਡ। ਰਾਈਟ ਆਨਸਰ ਇਹਦਾ ਲਿਖੋਗੇ ਲਾਰਜੈਸਟ। ਠੀਕ ਆ, ਲਾਰਜੈਸਟ। ਫਿਰ ਹੈਗਾ ਕੰਪਲੀਟ ਦਾ ਸੈਂਟੈਂਸ, ਕਰੈਕਟ ਤੁਸੀਂ ਕੀ ਭਰਨਾ ਹੈ ਕੁਆਂਟੀਫਾਇਰ। ਸੋ ਆਪਣੇ ਕੋਲ ਹੈਗਾ ਡੈਸ਼ ਪੀਪਲ ਲਿਵ ਇਨ ਯੋਰ ਸਿਟੀ। ਸੋ ਇਹਦੇ ਵਿੱਚ ਤੁਸੀਂ ਕੀ ਭਰੋਗੇ ਆਪੀ ਸੋਚੋ ਤਾਂ, ਹਾਊ ਮੈਨੀ ਪੀਪਲ। ਠੀਕ ਹੈ, ਫਿਰ ਹੈਗਾ ਕੰਪਲੀਟ ਦਾ ਸੈਂਟੈਂਸ ਚੂਜ਼ਿੰਗ ਦਾ ਕਰੈਕਟ ਆਰਟੀਕਲ, ਦ ਵਾਟਰ ਇਨ ਡੈਸ਼ ਰਿਵਰ ਇਜ਼ ਡਰਟੀ। ਦ ਵਾਟਰ ਇਨ ਦਾ ਰਿਵਰ। ਠੀਕ ਹੈ ਜੀ, ਕੰਪਲੀਟ ਦਾ ਸੈਂਟੈਂਸ ਚੂਜ਼ਿੰਗ ਕਰੈਕਟ ਪ੍ਰਨਾਉਨ, ਹੂ ਇਜ਼ ਸ਼ੀ, ਡੂ ਯੂ ਨੋ ਡੈਸ਼ ਨੇਮ, ਹਰ ਨੇਮ। ਠੀਕ ਹੈ ਜੀ, ਕਿਹਦਾ ਨੇਮ, ਹਰ ਦਾ ਨੇਮ। ਫਿਰ ਕਹਿੰਦਾ ਸ਼ੀ ਇਜ਼ ਪ੍ਰੀਟੀ ਗਰਲ ਆਈ ਹੈਵ ਐਵਰ ਸੀਨ। ਸੋ ਹੁਣ ਅਸੀਂ ਕੀ ਦੱਸਣਾ ਆ, ਕਰੈਕਟ ਦਾ ਸੈਂਟੈਂਸ ਉਹਨਾਂ ਕਿਹਾ ਸ਼ੀ ਇਜ਼ ਦਾ ਪ੍ਰੀਟੀ ਗਰਲ ਆਈ ਹੈਵ ਐਵਰ ਸੀਨ। ਸੋ ਇਹਦੇ ਵਿੱਚ ਤੁਸੀਂ ਕਰੈਕਟ ਇਹਨਾਂ ਵਿੱਚੋਂ ਚੂਜ਼ ਕਰਨਾ, ਇਹਨਾਂ ਚਾਰਾਂ ਦੇ ਵਿੱਚੋਂ। ਸੋ ਦੇਖੋ ਇਹਦਾ ਤੁਸੀਂ ਰਾਈਟ ਆਨਸਰ ਕੀ ਭਰੋਗੇ, ਸ਼ੀ ਇਜ਼ ਦਾ ਪ੍ਰੀਟੀਐਸਟ ਗਰਲ ਆਈ ਹੈਵ ਐਵਰ ਸੀਨ, ਪ੍ਰੀਟੀਐਸਟ। ਠੀਕ ਆ, ਇਹਦੇ ਵਿੱਚ ਦੇਖੋ ਮਾਈ ਫਰੈਂਡ ਇਜ਼ ਫੈਬੂਲਸ ਦੈਨ ਯੋਰਸ। ਦੇਖੋ ਹੁਣ ਇਹਦੇ ਵਿੱਚ ਕੁਛ ਗੜਬੜ ਆ, ਉਹਨੂੰ ਤੁਸੀਂ ਠੀਕ ਕਰਨਾ ਆ। ਫੈਬੂਲਸ ਦੇ ਨਾਲ ਆਪਾਂ ਕੀ ਜੋੜਾਂਗੇ ਜੀ, ਸੋ ਇਹਦੇ ਵਿੱਚ ਤੁਸੀਂ ਜੋੜੋਗੇ ਜੀ ਕਿ ਮਾਈ ਫਰੈਂਡ ਇਜ਼ ਮੋਸਟ ਫੈਬੂਲਸ ਦੈਨ ਯੋਰਸ। ਠੀਕ ਹੈ, ਹੁਣ ਲਾਸਟ 'ਚ ਆਪਣੇ ਕੋਲ ਕਹਿੰਦਾ ਕੰਬਾਈਨ ਦਾ ਸੈਂਟੈਂਸ ਯੂਜ਼ਿੰਗ ਆਲਦੋ ਐਂਡ ਯੈਟ। ਠੀਕ ਆ, ਹੀ ਇਜ਼ ਵੈਰੀ ਸਲੀਪੀ, ਹੀ ਇਜ਼ ਵਾਚਿੰਗ ਅ ਮੂਵੀ। ਰਾਈਟ ਆਨਸਰ ਇਹਦਾ ਤੁਸੀਂ ਲਿਖੋਗੇ ਆਲਦੋ ਹੀ ਇਜ਼ ਵੈਰੀ ਸਲੀਪੀ ਯੈਟ ਹੀ ਇਜ਼ ਵਾਚਿੰਗ ਅ ਮੂਵੀ। ਸੋ ਹੁਣ ਇੱਕ ਐਪਲੀਕੇਸ਼ਨ ਆ, ਇੱਕ ਨੋਟਿਸ ਆ, ਇੱਕ ਪੈਰਾਗ੍ਰਾਫ ਆ, ਦੈਨ ਤੁਹਾਡੇ ਟਰਾਂਸਲੇਸ਼ਨਸ ਆ। ਹੁਣ ਮੈਂ ਤੁਹਾਨੂੰ ਕੀ ਕਰਕੇ ਸਾਰਾ ਇੱਥੇ ਕਰਵਾ ਦਿੰਦਾ। ਸੋ ਤੁਸੀਂ ਫਸਟ ਆਫ ਆਲ ਆਪਣੀ ਜਿਹੜੀ ਐਪਲੀਕੇਸ਼ਨ ਇਸ ਪ੍ਰਕਾਰ ਲਿਖ ਸਕਦੇ ਹਾਂ ਕਿ ਦਾ ਹੈਡਮਾਸਟਰ ਗੌਰਮੈਂਟ ਹਾਈ ਸਕੂਲ ਤਲਵੰਡੀ, ਜਾਂ ਇੰਨਾ ਦੇਖੋ ਤਲਵੰਡੀ ਭਾਰਤ ਕਿੰਨਾ ਔਖਾ ਨਾਂ ਹੈ, ਤੁਸੀਂ ਸਿੰਪਲ ਲਿਖ ਲਓ ਮੋਗਾ, ਜਾਂ ਫਿਰ ਜਿਹੜਾ ਵੀ ਈਜ਼ੀ ਤੁਹਾਨੂੰ ਨਾਮ ਯਾਦ ਰਵੇ, ਜਲੰਧਰ, ਹੁਸ਼ਿਆਰਪੁਰ, ਜਿਹੜਾ ਸੌਖਾ ਨਾਂ ਆ। ਠੀਕ ਆ, ਸਰ ਆਈ ਐਮ ਸਟੂਡੈਂਟ ਆਫ ਦਾ ਕਲਾਸ 7th ਆਫ ਯੋਰ ਸਕੂਲ, ਆਈ ਐਮ ਸਫਰਿੰਗ ਫਰੋਮ ਅ ਬੈਡ ਫੀਵਰ, ਹੈਡੇਕ ਆਲਸੋ, ਆਈ ਕਾਂਟ ਕਮ ਟੂ ਸਕੂਲ, ਦਾ ਡਾਕਟਰ ਹੈਜ਼ ਐਡਵਾਈਜ਼ਡ ਮੀ 3 days rest, please permit me leave for 3 days, I shall be great to your
यू फॉर दिस काइंडनेस। ठीक है, योर ओबीडेंटली, फिर तुहाडा नाम क्लास जो भी हैगा आ। फिर तुसीं नोटिस किवें लिखना साइंस एग्जीबिशन का। स्कूल इज़ गोइंग टू हेल्ड साइंस एग्जीबिशन ऑन 15 ऑफ द नेक्स्ट मंथ। इट इज़ मैंडेटरी फॉर ऑल द स्टूडेंट टू पार्टिसिपेट एंड मेक अ साइंस प्रोजेक्ट। फाइनल selection of project will take place a week before the exhibition. The class teacher will select the best 3 project in each class। फिर सिग्नेचर वगैरह जो हैगा इदां तुसीं डन कर देना। पैराग्राफ हैगा जर्नी बाय बस। The last Sunday I went to Delhi by bus. I went to the bus stand and bought a ticket. A bus bound for Delhi was standing there. I got in and took the front seat. The conductor gave the whistle and bus started. We were soon out of the city. The driver drove very fast, but he was very good at his job. He felt quite safe. He left many buses behind. I saw farmer working in the field here and there. I saw cars going on the road. The conductor was jolly fellow। ठीक है, he made the journey pleasant with his witty talk. The bus reached Delhi at 6 p.m. It was very pleasant journey. So this is about the journey by bus. Now we have translation. The in which we attempt any 4 and in these 5 we attempt any 4. So let's start। सो देखो, इट इज़ नॉट रेनिंग, ਮੀਂਹ नहीं पै रहा है। ਲੈਟ ਹਿਮ ਸਪੀਕ, ਉਸਨੂੰ ਬੋਲਣ ਦਿਓ। ਵੀ ਸ਼ੁਡ ਓਬੇ ਆਵਰ ਪੇਰੈਂਟਸ, ਇਹਦਾ ਆ ਗਿਆ ਕਿੱਥੇ ਆ, ਸਾਨੂੰ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਚਾਹੀਦਾ ਹੈ। ਠੀਕ ਹੈ, ਫਿਰ ਹੈਗਾ ਆਈ ਐਮ ਪ੍ਰਾਊਡ ਆਫ ਯੂ, ਮੈਨੂੰ ਤੁਹਾਡੇ 'ਤੇ ਮਾਣ ਹੈ। ਟਾਈਮ ਡਜ਼ ਨਾਟ ਵੇਟ ਫॉर ਐਨੀਵਨ, ਸੋ ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਮੈਂ ਗਾ ਨਹੀਂ ਸਕਦੀ, ਆਈ ਕੈਨ ਨਾਟ ਸਿੰਗ। ਫਿਰ ਹੈਗਾ ਮੋਹਨ ਘਰ ਕਦੋਂ ਜਾ ਰਿਹਾ ਹੈ, ਵੈਨ ਇਜ਼ ਮੋਹਨ ਗੋਇੰਗ ਟੂ ਹੋਮ। ਬੱਚੇ ਖੇਡਦੇ ਹਨ, ਚਿਲਡਰਨ ਦ ਚਿਲਡਰਨ ਪਲੇ। ਮੈਂ ਸਕੂਲ ਗਿਆ, ਆਈ ਵਾਂਟ ਟੂ ਸਕੂਲ, ਆਈ ਵਾਂਟ ਟੂ ਗੋ ਸਕੂਲ ਆਣਾ ਆ। ਜਾਂ ਫਿਰ ਆਈ ਵੈਂਟ ਟੂ ਸਕੂਲ, ਵੈਂਟ ਨਹੀਂ ਆਣਾ, ਮੈਂ ਸਕੂਲ ਗਿਆ, ਆਈ ਵਾਂਟ ਟੂ ਸਕੂਲ। ਗੋ ਟੂ ਸਕੂਲ ਲਿਖੋ ਬੇਟਾ ਸਭ ਤੋਂ ਵਧੀਆ। ਮੈਂ ਸਕੂਲ ਗਿਆ, ਇੱਥੇ ਤੁਸੀਂ ਗੋ ਟੂ ਸਕੂਲ ਲਿਖੋ, ਜ਼ਿਆਦਾ ਤੁਹਾਡੇ ਲਈ ਸਹੀ ਹੈ। ਗਲਤੀ ਨਾਲ ਗਲਤ ਲਿਖ ਹੋ ਗਿਆ, ਇੱਥੇ ਗੋ ਲਿਖ ਲੈਣਾ। ਠੀਕ ਆ, ਆਈ ਗੋ ਟੂ ਸਕੂਲ। ਤੁਸੀਂ ਦੇਰ ਨਾਲ ਕਿਉਂ ਆਉਂਦੇ ਹੋ, ਵਾਈ ਡੂ ਯੂ ਕਮ ਲੇਟ। ਸੋ ਇੱਥੇ ਤੁਹਾਡਾ ਪੇਪਰ ਹੋਇਆ ਕੰਪਲੀਟ। 80 ਦਾ 80 ਪੇਪਰ ਤੁਹਾਨੂੰ ਕਰਵਾ ਦਿੱਤਾ, ਸਾਰਾ ਹੀ ਸੋਲਵ ਕਰਵਾਇਆ ਹੈ, ਤੁਹਾਡੇ ਸਾਹਮਣੇ ਆ। ਸੋ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਜੀ ਆਪਣੇ ਚੈਨਲ ਨੂੰ, ਤਾਂ ਕਿ ਸਾਨੂੰ ਵੀ ਸਪੋਰਟ ਮਿਲ ਸਕੇ ਤੁਹਾਡੇ ਦੁਆਰਾ। ਠੀਕ ਆ, ਅਤੇ ਜਿਹੜੇ ਬੱਚੇ ਹਾਲੇ ਤੱਕ ਐਂਡ ਤੱਕ ਰੁਕੇ ਸੀਗੇ ਉਹਨਾਂ ਨੂੰ ਵੈਰੀ ਥੈਂਕ ਯੂ ਕਿ ਤੁਸੀਂ ਸਾਰੀ ਵੀਡੀਓ ਦੇਖੀ। ਅਤੇ ਹੁਣ ਕਮੈਂਟ ਦੇ ਵਿੱਚ ਯੈਸ ਜ਼ਰੂਰ ਲਿਖ ਦੇਣਾ। ਠੀਕ ਆ, ਤਾਂ ਹੁਣ ਅਸੀਂ ਕਰਦੇ ਹਾਂ ਇਸ ਵੀਡੀਓ ਦਾ ਐਂਡ। ਜੇਕਰ ਸਬਸਕ੍ਰਾਈਬ ਨਹੀਂ ਕੀਤਾ ਸੀ ਸਬਸਕ੍ਰਾਈਬ ਕਰ ਦੇਣਾ। ਵੀਡੀਓ ਨੂੰ ਦੁਬਾਰਾ ਸ਼ੁਰੂ ਤੋਂ ਦੇਖ ਲੈਣਾ ਤਾਂ ਜੋ ਤੁਹਾਨੂੰ ਇੱਕ ਵਾਰੀ ਸਾਰਾ ਕੁਐਸਚਨ ਪੇਪਰ ਦੁਬਾਰਾ ਤੋਂ ਸਮਝ ਆ ਜਾਵੇ। ਠੀਕ ਆ, ਸੋ ਹੁਣ ਕਰਦੇ ਹਾਂ ਇਸ ਵੀਡੀਓ ਨੂੰ ਖਤਮ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਤੱਕ ਲਈ ਗੁੱਡ ਬਾਏ ਅਤੇ ਟੇਕ ਕੇਅਰ।